ਹੋਡੇ ਭਾਗਾਂ ਵਾਲੇ ਹਾਂ ਗੁਰੂ ਕਿਰਪਾ ਸਦਕਾ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਆਪਾਂ ਇਹ ਭਾਗਾਂ ਵਾਲਾ ਦਿਨ ਮਨਾ ਰਹੇ ਹਾਂ। ਬਹੁਤ ਹੀ ਭਾਗਾਂ ਵਾਲਾ ਵੱਡਾ ਦਿਨ ਹੈ ਹਰੇਕ ਗੁਰਸਿੱਖ ਦੇ ਲਈ, ਕਿਉਂਕਿ ਅੱਜ ਦੇ ਹੀ ਦਿਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 1604 ਈਸਵੀ ਵਿੱਚ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਧੰਨ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪ ਕੇ ਸੇਵਾ ਸੰਭਾਲ ਸੌਂਪ ਕੇ ਉਹਨਾਂ ਕੋਲੋਂ ਪ੍ਰਕਾਸ਼ ਕਰਾਇਆ ਸੀ ਅੱਜ ਦੇ ਦਿਨ। ਤੇ ਆਖਿਆ ਸੀ ਬਾਬਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ਾਂ ਸੁਣੇ ਸਾਰਾ ਪੰਥ। ਸਤਿਕਾਰ ਦਿੰਦਿਆਂ ਹੋਇਆਂ ਵੀ ਬਾਬਾ ਬੁੱਢਾ ਜੀ ਅਦਬ ਸਤਿਕਾਰ ਦੇ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਨੂੰ ਉਸ ਵਕਤ ਆਦਿ ਵੀੜ ਵੀ ਆਖਿਆ ਜਾਂਦਾ ਸੀ ਤੇ ਗੁਰੂ ਸਾਹਿਬ ਨੇ ਪੋਥੀ ਸਾਹਿਬ ਨਾਮ ਦਿੱਤਾ ਸੀ, ਮੈਨੂੰ ਪ੍ਰਕਾਸ਼ ਕਰੋ ਤੇ ਇਹਦੇ ਵਿੱਚ ਹੁਕਮਨਾਮਾ ਲਓ ਤੇ ਸਾਰਾ ਪੰਥ ਉਸ ਹੁਕਮ ਨੂੰ ਸੁਣੇ। ਸੋ ਬਾਬਾ ਬੁੱਢਾ ਜੀ ਨੇ ਪਹਿਲੀ ਵਾਰ ਹੁਕਮਨਾਮਾ ਲਿਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਨਾਂ ਨੂੰ ਪ੍ਰਕਾਸ਼ ਕੀਤਾ। ਹੁਕਮਨਾਮਾ ਆਇਆ ਸੀ ਉਸ ਵਕਤ ਸੂਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਹੁਕਮਨਾਮਾ ਪਹਿਲੀ ਵਾਰ ਜਦੋਂ ਬਾਬਾ ਬੁੱਢਾ ਜੀ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੁਕਮਾਂ ਤੇ ਪਹਿਰਾ ਦਿੰਦਿਆਂ ਹੋਇਆ ਹੁਕਮ ਲਿਆ ਸੀ, ਆਵਾਜ਼ਾਂ ਲਿਆ ਸੀ। ਉਸ ਵਕਤ ਪਹਿਲੀ ਵਾਰ ਇਹ ਹੁਕਮਨਾਮਾ ਸਾਨੂੰ ਬਖਸ਼ਿਸ਼ ਹੋਇਆ ਸੀ। ਹੁਣ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਇਹ ਵੀ ਗੱਲ ਵਿਚਾਰਨ ਵਾਲੀ ਹੈ ਵੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕਰਨ ਦੀ ਕੀ ਲੋੜ ਪਈ। ਉਹਦਾ ਮੁੱਖ ਕਾਰਨ ਇਹ ਹੈ ਵੀ ਸਭ ਤੋਂ ਪਹਿਲਾਂ ਆਪਾਂ ਚੱਲੀਏ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਵੀ ਜਿਹੜੀ ਬਾਣੀ ਹੈ ਕਿਵੇਂ ਇੱਕ ਗੁਰੂ ਸਾਹਿਬਾਨ ਤੋਂ ਦੂਜੇ ਗੁਰੂ ਸਾਹਿਬਾਨ ਕੋਲ ਤੇ ਦੂਜੇ ਗੁਰੂ ਸਾਹਿਬਾਨ ਕੋਲੋਂ ਤੀਜੇ ਪਾਤਸ਼ਾਹ ਕੋਲ, ਤੀਜੇ ਪਾਤਸ਼ਾਹ ਕੋਲੋਂ ਚੌਥੇ ਪਾਤਸ਼ਾਹ ਕੋਲ ਤੇ ਚੌਥੇ ਪਾਤਸ਼ਾਹ ਤੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਪਹੁੰਚੀ। ਗੁਰੂ ਨਾਨਕ ਪਾਤਸ਼ਾਹ ਜਿੱਥੇ ਵੀ ਜਾਂਦੇ ਜਦੋਂ ਬਾਣੀ ਉਚਾਰਨ ਕਰਦੇ ਉਹ ਬਾਣੀ ਨੂੰ ਨਾਲ ਲਿਖ ਲਿਆ ਕਰਦੇ ਸਨ। ਦੇਖੋ ਦੁਨੀਆ ਵਿੱਚ ਬਹੁਤ ਧਾਰਮਿਕ ਗ੍ਰੰਥ ਨੇ, ਸਾਰੇ ਹੀ ਸਤਿਕਾਰਤ ਨੇ, ਸਭ ਸਤਿਕਾਰਯੋਗ ਨੇ, ਕਿਉਂਕਿ ਜਿਹੜੇ ਵੀ ਗ੍ਰੰਥ ਸਾਨੂੰ ਪਰਮੇਸ਼ਰ ਨਾਲ ਜੋੜਦਾ ਹੈ, ਪਰਮਾਤਮਾ ਦੇ ਨਾਲ ਜੋੜਦਾ ਹੈ, ਉਹ ਸਾਰੇ ਸਤਿਕਾਰਯੋਗ ਨੇ। ਪਰ ਸਾਨੂੰ ਇਸ ਗੱਲ ਦਾ ਮਾਣ ਹੈ, ਖੁਸ਼ੀ ਹੁੰਦੀ ਹੈ ਮਨ ਨੂੰ ਵੀ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹ ਰਹਿਬਰਾਂ ਦੇ ਜਾਣ ਤੋਂ ਬਾਅਦ, ਅਵਤਾਰੀ ਪੁਰਸ਼ਾਂ ਦੇ ਜਾਣ ਤੋਂ ਬਾਅਦ, ਕਈ ਤਾਂ ਐਸੇ ਨੇ ਜੋ ਹਜ਼ਾਰਾਂ ਸਾਲ ਵੱਖੇਵੇਂ ਬਾਅਦ ਲਿਖੇ ਗਏ ਨੇ, ਕੋਈ 200 ਸਾਲ ਬਾਅਦ ਲਿਖਿਆ ਗਿਆ, ਕੋਈ 300 ਸਾਲ ਬਾਅਦ ਉਹਨਾਂ ਦੇ ਅਨੁਯਾਈਆਂ ਨੇ ਇਕੱਠਾ ਕਰਕੇ ਲਿਖਿਆ ਹੈ। ਤੇ ਇਹ ਸੱਚਾਈ ਹੈ ਵੀ ਜਿਹੜੀ ਗੱਲ ਅੱਜ ਮੈਂ ਆਖੀ ਹੈ ਤੁਸੀਂ ਮੇਰੇ ਕੋਲੋਂ ਸੁਣੋ, ਕਿਸੇ ਹੋਰ ਨੂੰ ਦੱਸੋ, ਉਹ ਤੁਹਾਡੇ ਕੋਲ ਸੁਣ ਕੇ ਕਿਸੇ ਹੋਰ ਨੂੰ ਦੱਸੇ, ਉਹ ਗੱਲ ਵਿੱਚ ਫਰਕ ਪੈ ਜਾਂਦਾ ਹੈ। ਹੌਲੀ ਹੌਲੀ ਗੱਲ ਪਹੁੰਚਦਿਆਂ ਫਰਕ ਪੈ ਜਾਂਦੀ ਹੈ, ਉਹਦੇ ਵਿੱਚ ਬਦਲਾਅ ਆ ਜਾਂਦਾ ਹੈ। ਪਰ ਸਾਨੂੰ ਮਾਣ ਹੈ, ਬਹੁਤ ਕਹਿ ਸਕਦੇ ਹਾਂ, ਅਸੀਂ ਫਖਰ ਕਰ ਸਕਦੇ ਹਾਂ
भी किसी भी रहबर ने अपने हयाती विच अपनी निगरानी विच किसी ग्रंथ की रचना नहीं की, सब बाद विच लिखे गए ने। केवल तो केवल धन श्री गुरु ग्रंथ साहिब महाराज पूरी दुनिया के ऐसे ग्रंथ ने जिन्होंने आप धन श्री गुरु अर्जन देव महाराज ने अपनी हयाती अपनी निगरानी विच आप बह के बाणी नूं लिखवाया है, आप कोल हो के। हुण देखो कितनी खुशी वाली गल भी जिहड़ा जपजी साहिब दा पाठ गुरु नानक पातशाह जी करते सन उही असीं कर रहे हैं, क्योंकि मिलावट नहीं हुई। जिहड़ा सुखमनी साहिब दा पाठ गुरु अर्जन देव महाराज जी ने उचारण किया करया करते सन, उस वक्त सिख संगतां करदियां सन, वो अज आपां कर रहे हैं। सदियां बीत गईयां, क्यों कि इस गुरु ग्रंथ साहिब महाराज नूं गुरु साहिब ने अपनी हाथी विच आप अपनी निगरानी विच जिहड़ी बाणी उन्हां कोल सी, महापुरुषां भगतां दी बाणी, गुरसिखां दी बाणी, भट्ट साहिबानां दी बाणी, सब गुरु साहिब ने आप तरतीब बाई अंकित करवाई सी। हुण गुरु नानक पातशाह जिथे भी जाते ने, जिस नूं भी समझाउंदे ने, जदों बाणी उचारण करते ने उस बाणी नूं नाल लिख लिया करते सन। जदों नूरां जादूगरनी कोल गए, उन्होंने समझाया भी बाहरों तो तू बड़ा धार्मिक भेख धारण किया है, पर करतूतां काम तेरे चंगे नहीं। शब्द उचारण किया सी, गल्ली असी चंगियां आचारी बुरीहा, भी गल्लां बाहरों तो भाई लिबास चंगा है, पर अंदर बुराइयां दे नाल भाई तू भरी पई है। जिवें जिवें जिथे जिथे बाणी नाजल होई, क्योंकि ये जिहड़ी बाणी है धन श्री गुरु ग्रंथ साहिब महाराज विच ये कोई कच्ची बाणी नहीं, ये परमात्मा दे बोल ने। यही निरंकार दा रूप है। जे निरंकार परमात्मा दे दर्शन करने होण ते बाणी विचों कर सकते हैं आपां। वाहो वाहो बाणी निरंकार है, तिस जेवड़ अवर ना कोई। ये धुर तो आई बाणी है, धुर की बाणी आई, तिन सगली चिंत मिटाई, दयाल पुरख मेहरबाना, हर नानक साच वखाना। धुर तो बाणी आई। हुण गुरु नानक पातशाह जी ने जदों संसार च रटन किया, भुले भाले लोगों को सीधे रस्ते ते पाउंदे होए चार उदासियां कीतियां। बाबा फरीद जी उन्हां दे अनुयायियां कोल मिले, उन्हां तो बाणी लई। जिहड़ी बाणी धुर की बाणी दे नाल मेल खांदी सी, उस बाणी नूं कत्तर कीता, अपने कोल सांभ के रखिया। बाबा फरीद जी, भगत सैन जी, भगत सदना जी, भगत पीपा जी, भगत रविदास जी, भगत धन्ना जी, भी सारे जो भगत पहला हो चुके सन, जिन्हां दी बाणी, जिन्हां दा फलसफा साडी धुर की बाणी दे नाल गुरु साहिब दी जो बाणी सी, जो परमात्मा वालों नाजिल होई सी, मेल खांदी सी, बाणी नूं इकत्तर करके ओ बाणी गुरु नानक पातशाह जी तो पहुंची गुरु अंगद देव महाराज जी कोल। उन्होंने भी बाणी रची ते उन्होंने ये सारे कीमती खजाने नूं बाबा अमरदास जी की झोली विच पाया। गुरु अमरदास महाराज जी ने भी बाणी उचारण की। देखो बाणी भावें भगतां दी है, भावें गुरु साहिबां ने उचारण की है, भावें भट्ट साहिबानां ने उचारण की है, भावें गुरसिखां दी बाणी है, पर बाणी इक्का बाणी, इक्को गुर, इक्को शब्द विचार, इक्को ही विचार है। जे कोई पूछे भी धन श्री गुरु ग्रंथ साहिब महाराज जी की बाणी का निचोड़ की है, बस निचोड़ इक्को पंक्ति विच है, आद सच जुगाद सच है भी सच। भी जो लिखिया है वो पहला भी सच सी, हुण भी सच है, ते अगों भी सच रहना है। जेड़े बचन गुरु साहिब ने उचारण कीते ने, जेड़ी बाणी धन श्री गुरु ग्रंथ साहिब विच रचित है, वो पहला भी सच्ची सी, हुण भी सच्ची है, ते अगों भी सच्ची रहनी है। कोई चैलेंज नहीं कर सकता, क्योंकि किसी कोई मनोकल्पित कहानी नहीं, किसी का जीवन नहीं, ये किसी की उस्तति नहीं, किसी की निंदिया नहीं।
सारी बाणी एक ओंकार तो लैके 18, 10, 20 तक जे आपां अज दी गल करिए सानू निरंकार परमात्मा दे नाल जोड़दी है। सेवा ते सिमरन दो रस्ते सानू दस्से ने बाणी ने भी, इन्हां दो रस्तियां ते तुर के असी अकाल पुरख वाहिगुरू दी खुशी लै सकदे हां। सो कहण तो भाव पहला धार्मिक ग्रंथ जो गुरु साहिबां ने अपनी निगरानी विच अपनी हाथी विच इहनूं रचिया। ते दूजी एक होर माण वाली गल भी किसी भी ग्रंथ नूं धार्मिक ग्रंथ नूं गुरु होण दा माण नहीं प्राप्त। धार्मिक ग्रंथ बहुत ने पर गुरु नहीं, गुरु होण दा मान नहीं मिलिया। केवल तो केवल धन श्री गुरु ग्रंथ साहिब महाराज ने जिन्हां नूं गुरु होण दा मान प्राप्त है, गुरु होने का दर्जा जिन्होंने मिलिया। कलगीधर पातशाह जी सानू शब्द दे लड़ ला के गए ने। केवल आप आखिए भी गुरु गोबिंद सिंह महाराज ने सानू शब्द दे लड़ लाया, नहीं। गुरु नानक पातशाह जी भी सानू पहले जामे विच ही शब्द दे लड़ ला के गए सन। शब्द गुरु सुरत धुन चेला, ये गुरु नानक पातशाह जी के वचन ने। ये शब्द गुरु है। हुण गुरु नानक पातशाह जी ने अपना गुरु भी शब्द आख्या भी शब्द मेरा गुरु है। तो फिर गुरसिख का गुरु वखरा थोड़ा हो सकता है जिहड़ा गुरु नानक नूं मनण वाला है। हाँ, कलगीधर पातशाह जी ने एक गल ये नाल आख दित्ती, आपां दोहरे विच पढ़दे हां भी अज तो भाई देहधारी गुरुआं दा सिलसिला साडे तो बाद खत्म है, कोई देहधारी गुरु नहीं होवेगा। शब्द दे लड़ तां सानू गुरु नानक पातशाह जी ने भी लाया, सारे गुरु साहिबां ने सानू शब्द दे लड़ लाया। तीजे पातशाह जी बाणी पढ़ लीए, आवो सिख सतगुरु के प्यारिओ गावो सच्ची बाणी, बाणी तां गावो गुरु केरी बाणियां सिर बाणी। उन्होंने भी शब्द दे सानू लड़ लाया है। पंचम पातशाह जी ने आपां पढ़दे हां, हुणे आपां शब्द सरवण कीता सी, अमृत बचन साध की बाणी, जो जो जपै तिसकी गत होवै, हर हर नाम नित रसन बखानी। चौथे पातशाह बचन करके गए ने, सतगुर विच अमृत नाम है, अमृत कह कहाए, गुरमति नाम निर्मलो, निर्मल नाम ते आए, अमृत बाणी तत है, गुरमुख वसै मन आए। सारे गुरु साहिबां ने सानू शब्द दे लड़ बाणी दे लड़ लाया है। हुण गुरु होण दा मान प्राप्त ते गुरु साहिब ने कह दिता, भाई सब सीखन को हुक्म है, गुरु मानियो ग्रंथ, गुरु ग्रंथ जी मानियो, प्रगट गुरां की दे, जो प्रभु को मिल वो चह, खोज शब्द मैं ले, जे प्रभु नूं मिलना निरंकार वाहिगुरु दा भाई दर्शन करना, फिर शब्द नूं खोज, बाणी नूं खोज। जिन्नी डूंघाई विच जाके भाई, जिन्ना गंभीर हो के भावना दे नाल बाणी नूं खोजेगा, बाणी नूं पढ़ेगा भाई, उन्ना ही आनंद भाई दिनों दिन तेरा वधदा चला जाएगा। साहिब मेरा नीत नवा, सदा सदा दातार। देखो बाणी ही है। आपां जपजी साहब सारी उम्र पढ़ते हैं, कोई भी शब्द लै लीए, देखो उहदा आनंद अज हो रहा है ते कल हो रहा है। कोई धार्मिक किताब पढ़ लीए, किसी भी चीज़ नूं पढ़ लीए, भावें कोई किन्नी वधिया किसी ने कोई कहानी लिखी है, कुछ भी एक बारी पढ़ के दो बारी पढ़ के मन अक जाता है, उन्होंने दोबारा नहीं बंदा ना सुनना चाहता है तो ना पढ़ना चाहता है। पर यह बाणी धुर की बाणी है, परमात्मा दे बोल ने। इनू पढ़न दे नाल जिथे रोज नित नवा आनंद आउंदा है, उत्थे इनू पढ़न दे नाल सानू जीवन जांच भी मिलती है भी जीवन किवें जिउणा है, सेध मिलती है भी जीवन किवें, जिंदगी किवें व्यतीत करनी है। इस बाणी नूं पढ़ के असीं चिंतावां तो मुक्त हो सकते हैं, चिंता तो मुक्ति मिलती है। धुर की बाणी आई तिन सगली चिंत मिटाई, सारियां चिंतावां मिट जांदियां ने। इस बाणी नूं पढ़ांगे, गुरु साहिब दी बहुत किरपा है भी जिसनूं पढ़ के वड्डे तो वड्डे दुखां तो भी मनुख सरखरू हो जाता है, बच जाता है। जिस सिमरत दुख सब जाए, नाम रतन वसै मन आए। जिहदे मन विच बाणी दा एक किणका भी वस गया, वो वड्डे तो वड्डे रोगां दुखां तो छुटकारा पा लैंदा है।
मन ਦੀਆਂ इच्छावां ਜਿਹੜੇ ਦੁਨਿਆਵੀ ਪਦਾਰਥ ਨੇ ਇਹ ਤਾਂ ਪਹਿਲਾਂ ਵੀ ਕਈ ਅਰਜ਼ ਕੀਤੇ ਬਹੁਤ ਤੁੱਛ ਨੇ। ਇਹ ਤਾਂ ਆਪਣੇ ਆਪ ਦੁਨਿਆਵੀ ਪਦਾਰਥਾਂ ਝੋਲੀ ਵਿੱਚ ਆਪਣੇ ਆਪ ਪੈ ਜਾਂਦੇ ਨੇ। ਇਹਨਾਂ ਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਜਦੋਂ ਆਪਾਂ ਬਾਣੀ ਦੇ ਨਾਲ ਜੁੜ ਜਾਂਦੇ ਹਾਂ। ਪਰ ਗੱਲ ਇਹ ਹੈ ਵੀ ਮਨ ਕਰਕੇ ਬਾਣੀ ਦੇ ਨਾਲ ਜੁੜਨਾ ਪਵੇਗਾ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਾਮਸਰ, ਜਿੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਉਸ ਰਮਣੀਕ ਥਾਂ ਤੇ ਸੰਘਣੀ ਬੇਰੀਆਂ ਦੀ ਛਾਵਾਂ ਹੇਠਾਂ ਬਹਿ ਕੇ ਗੁਰੂ ਸਾਹਿਬ ਨੇ ਚੌਂਕੜਾ ਮਾਰ ਕੇ ਜਿਹੜੀ ਬਾਣੀ ਉਹਨਾਂ ਕੋਲ 71 ਸੀ, ਉਹਨਾਂ ਕੋਲ ਮੌਜੂਦ ਸੀ, ਉਸ ਬਾਣੀ ਨੂੰ ਭਾਈ ਗੁਰਦਾਸ ਜੀ ਦੀ ਜ਼ਿੰਮੇਵਾਰੀ ਲਾਈ ਲਿਖਣ ਦੀ ਤੇ ਬਾਣੀ ਨੂੰ ਲਿਖਣ ਦਾ ਕੰਮ ਪ੍ਰਾਰੰਭ ਕੀਤਾ। ਹੁਣ ਬਾਣੀ ਇਕੱਤਰ ਕਰਨੀ ਤਾਂ ਪੈ ਗਈ ਕਿਉਂਕਿ ਧੀਰ ਮਲ ਦਾ ਪੁੱਤਰ ਮਿਹਰਵਾਨ ਗੁਰੂ ਸਾਹਿਬ ਨੂੰ ਪਤਾ ਲੱਗਾ, ਕਿਉਂਕਿ ਉਹ ਗੁਰੂ ਘਰ ਦਾ ਵਿਰੋਧੀ ਸੀ, ਹੈ ਭਾਵੇਂ ਗੁਰੂ ਅੰਸ਼ਵੰਸ਼ ਸੀ, ਉਹਨੇ ਵੀ ਇੱਕ ਗ੍ਰੰਥ ਲਿਖਣਾ ਸ਼ੁਰੂ ਕੀਤਾ ਹੋਇਆ ਸੀ। ਉਹ ਹੂਬਹੂ ਜਿਵੇਂ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਸੀ, ਗੁਰੂ ਸਾਹਿਬਾਂ ਦੀ ਬਾਣੀ ਬਿਲਕੁਲ ਇਸ ਤਰ੍ਹਾਂ ਹੀ ਬਾਣੀ ਉਚਾਰਨ ਕਰਦਾ। ਤੇ ਗੁਰੂ ਸਾਹਿਬ ਨੇ ਜਾਣਿਆ ਵੀ ਇਹ ਗੁਰਸਿੱਖਾਂ ਨੂੰ ਭੁਲੇਖੇ ਵਿੱਚ ਪਾ ਸਕਦਾ ਹੈ, ਤੇ ਗੁਰੂ ਸਾਹਿਬ ਨੇ ਜਿਹੜੀ ਬਾਣੀ ਉਹਨਾਂ ਕੋਲ ਦਰਜ ਸੀ, ਮੌਜੂਦ ਸੀ, ਉਹਨੂੰ ਇੱਕ ਥਾਂ ਇਕੱਤਰ ਕਰਨ ਦਾ ਗੁਰੂ ਸਾਹਿਬ ਨੇ ਮਨ ਬਣਾਇਆ। ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕੀਤੀ ਜਾ ਰਹੀ ਸੀ, ਉਸ ਵਕਤ ਦੇ ਵੱਡੇ ਵੱਡੇ ਭਗਤ ਉਹ ਵੀ ਆਪਣੀ ਆਪਣੀ ਬਾਣੀ ਲੈ ਕੇ ਆਏ। ਪਤਾ ਲੱਗਾ ਵੀ ਗੁਰੂ ਅਰਜਨ ਦੇਵ ਮਹਾਰਾਜ ਇੱਕ ਧਾਰਮਿਕ ਗ੍ਰੰਥ ਦੀ ਰਚਨਾ ਕਰ ਰਹੇ ਨੇ, ਜਿਨ੍ਹਾਂ ਵਿੱਚ ਕੁਝ ਨਾਂ ਭਗਤ ਛੱਜੂ, ਭਗਤ ਪੀਲੂ, ਭਗਤ ਕਾਨਾ, ਇਹ ਸਾਰੇ ਸ਼ਾਹ ਹੁਸੈਨ, ਇਹ ਉਸ ਵਕਤ ਦੇ ਉੱਚ ਕੋਟੀ ਦੇ ਆਪਣੇ ਆਪ ਨੂੰ ਵਿਦਵਾਨ ਸਮਝਦੇ ਸਨ ਤੇ ਵਿਦਵਾਨ ਹੈ ਵੀ ਸਨ। ਇਹਨਾਂ ਨੂੰ ਮੰਨਣ ਵਾਲੇ ਬਹੁਤ ਸਨ, ਪਰ ਫਰਕ ਇੰਨਾ ਸੀ ਵੀ ਇਹਨਾਂ ਦੀ ਬਾਣੀ ਨਿਰੰਕਾਰ ਦੇ ਨਾਲ ਨਹੀਂ ਜੋੜਦੀ ਸੀ, ਬਲਕਿ ਲੋਕਾਂ ਨੂੰ ਇਹਨਾਂ ਦੇ ਨਾਲ ਜੋੜਦੀ ਸੀ। ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਹੈ, ਉਹ ਬਾਣੀ ਸਾਨੂੰ ਸਿੱਧੀ ਪਰਮਾਤਮਾ ਦੇ ਨਾਲ ਜੋੜਦੀ ਹੈ। ਵਾਹਿਗੁਰੂ ਦੇ ਨਾਲ ਸਿੱਧੀਆਂ ਗੱਲਾਂ ਨੇ, ਪਰਮਾਤਮਾ ਦੇ ਨਾਲ ਸਿੱਧੀਆਂ ਗੱਲਾਂ ਨੇ। ਗੁਰੂ ਸਾਹਿਬ ਨੇ ਵਿਚੋਲੇ ਦੇ ਤੌਰ ਤੇ ਸਾਨੂੰ ਸਿੱਧਾ ਪਰਮਾਤਮਾ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ, ਭਗਤਾਂ ਨੇ, ਭੱਟਾਂ ਨੇ, ਗੁਰਸਿੱਖਾਂ ਨੇ। ਪਰ ਇਹ ਜਿਹੜੇ ਆਪਣੀ ਬਾਣੀ ਲੈ ਕੇ ਆਏ ਭਗਤ, ਇਹਨਾਂ ਦੀ ਬਾਣੀ ਨਿਰੰਕਾਰ ਦੇ ਨਾਲ ਨਾ ਜੋੜ ਕੇ ਇਹਨਾਂ ਨੇ ਆਪਣੀ ਉਸਤਤੀ ਕੀਤੀ ਹੋਈ ਸੀ। ਆਪਣੇ ਆਪ ਨੂੰ ਇਹਨਾਂ ਨੇ ਭਗਵਾਨ ਦਰਸਾਇਆ ਹੋਇਆ ਸੀ, ਇਹ ਆਪਣੇ ਆਪ ਨੂੰ ਹੀ ਪਰਮਾਤਮਾ ਸਮਝੀ ਬੈਠੇ ਸਨ। ਗੁਰੂ ਸਾਹਿਬ ਨੇ ਕੱਲੇ ਕੱਲੇ ਦੀ ਜੋ ਰਚਨਾ ਲੈ ਕੇ ਆਏ ਸਨ, ਇਹਨਾਂ ਦੀ ਰਚਨਾਵਾਂ ਨੂੰ ਸੁਣਿਆ। ਜਦੋਂ ਇਹਨਾਂ ਦੀ ਬਾਣੀ ਸਾਡੇ ਫਲਸਫੇ ਦੇ ਨਾਲ, ਧੁਰ ਕੀ ਬਾਣੀ ਦੇ ਨਾਲ ਮੇਲ ਨਹੀਂ ਖਾਧੀ, ਤੇ ਗੁਰੂ ਸਾਹਿਬ ਨੇ ਇਹਨਾਂ ਦੀ ਬਾਣੀ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇਹਨਾਂ ਨੇ ਬੁਰਾ ਵੀ ਮਨਾਇਆ ਤੇ ਇਹਨਾਂ ਨੇ ਸ਼ਿਕਾਇਤਾਂ ਵੀ ਕੀਤੀਆਂ ਜਹਾਂਗੀਰ ਕੋਲ ਜਾ ਕੇ। ਜਹਾਂਗੀਰ ਦੇ ਜਾ ਕੇ ਕੰਨ ਵੀ ਭਰੇ, ਪਰ ਗੁਰੂ ਸਾਹਿਬ ਨੇ ਬਿਲਕੁਲ ਕਿਸੇ ਦੀ ਪਰਵਾਹ ਨਹੀਂ ਕੀਤੀ। ਜਿਹੜੀ ਬਾਣੀ ਸੀ ਤਰਤੀਬ ਬਾਈ, ਜਿਨ੍ਹਾਂ ਸੰਗਤਾਂ ਨੇ ਸਹਿਜ ਪਾਠ ਕੀਤਾ ਹੈ ਜਾਂ ਜਿਹੜੇ ਕਰ ਰਹੇ ਨੇ, ਉਹ ਇਸ ਗੱਲ ਨੂੰ ਜਾਂਚ ਸਕਦੇ ਨੇ ਵੀ ਹਰੇਕ ਪੰਕਤੀ ਤੋਂ ਬਾਅਦ ਗਿਣਤੀ ਲਿਖੀ ਹੋਈ ਹੈ, ਅੰਕ ਲਿਖੇ ਹੋਏ ਨੇ, ਤੇ ਉਹਦੇ 'ਚ ਕੋਈ ਮਿਲਾਵਟ ਨਾ ਹੋ ਜਾਏ। ਕੋਈ ਇੱਕ ਅੱਖਰ ਵੀ ਨਹੀਂ ਮਿਲਾ ਸਕਦਾ ਵਿੱਚ, ਇੱਕ ਅੱਖਰ ਦੀ ਵੀ ਮਿਲਾਵਟ ਕਰੇਗਾ ਤੇ ਗਿਣਤੀ ਦਾ ਜੋੜ ਜਿਹੜਾ ਉਹ ਬਦਲ ਜਾਏਗਾ। ਤੇ ਅਖੀਰ ਤੇ ਜਾ ਕੇ ਮੁੰਧਾਵਣੀ ਮਹੱਲਾ 5ਵਾਂ ਉਚਾਰਨ ਕੀਤਾ। ਮੁੰਧਾਵਣੀ ਤੋਂ ਭਾਵ ਹੈ ਮੁੰਦਣਾ, ਬੰਦ ਕਰਨਾ, ਵੀ ਇੱਥੇ ਹੁਣ ਬਾਣੀ ਦੀ ਸਮਾਪਤੀ ਹੈ, ਅੱਗੇ ਫਿਰ ਰਾਗਮਾਲਾ ਆ ਜਾਂਦੀ ਹੈ। ਸੋ ਇਸ ਤਰ੍ਹਾਂ ਰਾਮਸਰ ਦੀ ਥਾਂ ਤੇ ਗੁਰੂ ਸਾਹਿਬ ਨੇ ਬਹੁਤ ਸਾਡੇ ਤੇ ਪਰਉਪਕਾਰ ਕਰਦਿਆਂ ਹੋਇਆਂ ਇਸ ਬਾਣੀ ਨੂੰ ਇਕੱਤਰ ਕਰਕੇ ਇੱਕ ਜਿਲਤ ਵਿੱਚ ਪਰੋਇਆ ਤੇ ਨਾਂ ਰੱਖਿਆ ਪੋਥੀ ਸਾਹਿਬ, ਕਿਉਂਕਿ ਪਤਾ ਸੀ ਗੁਰੂ ਸਾਹਿਬ ਨੂੰ ਆਦਿ ਗ੍ਰੰਥ ਵੀ ਕਹਿੰਦੇ ਸਨ, ਵੀ ਹਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਵੀ ਵਿੱਚ ਦਰਜ ਹੋਣੀ ਸੀ। ਜਿਹੜਾ ਉਸ ਵਕਤ ਪਹਿਲੇ ਪ੍ਰਕਾਸ਼ ਸਮੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕੀਤੀ ਗਈ, ਉਹਦੇ 974 ਅੰਗ ਸਨ। ਕਿੰਨੇ ਜੀ? 974। ਅੱਜ ਕਿੰਨੇ ਨੇ? 1430 ਅੰਗ। ਕਿਉਂਕਿ ਫਿਰ ਕਲਗੀਧਰ ਪਾਤਸ਼ਾਹ ਜੀ ਨੇ ਬਾਅਦ ਵਿੱਚ ਦਮਦਮਾ ਸਾਹਿਬ ਦੀ ਧਰਤੀ ਤੇ ਜਿੱਥੇ ਗੁਰਦੁਆਰਾ ਲਿਖਣਸਰ ਸਾਹਿਬ ਬਣਿਆ, ਉੱਥੇ ਭਾਈ ਮਨੀ ਸਿੰਘ ਜੀ ਤੋਂ
ਇਹ ਬਾਣੀ ਲਿਖਣ ਦੀ ਸੇਵਾ ਲਈ ਤੇ ਬਾਬਾ ਦੀਪ ਸਿੰਘ ਜੀ ਹੋਰੀ ਉਹਨਾਂ ਨੇ ਕਲਮਾਂ ਘੜਨੀਆਂ। ਉੱਥੇ ਸਰੋਵਰ ਦੇ ਕੰਢੇ ਤੇ ਬਹਿ ਕੇ ਉਹਨਾਂ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਨੂੰ ਵਿੱਚ ਦਰਜ ਕੀਤਾ। ਤੇ ਫਿਰ 1430 ਅੰਗ ਜੋ ਸਾਡੇ ਕੋਲੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਨੇ, ਇਹ ਬੀੜ, ਇਹਨੂੰ ਦਮਦਮੀ ਬੀੜ ਵੀ ਆਖਦੇ ਆ। ਜਿਹੜੀ ਬੀੜ ਪਹਿਲੇ ਪ੍ਰਕਾਸ਼ ਸਮੇਂ ਗੁਰੂ ਸਾਹਿਬ ਨੇ ਜਿਹਦੀ ਰਚਨਾ ਕੀਤੀ ਸੀ ਉਹਨੂੰ ਕਰਤਾਰਪੁਰ ਸਾਹਿਬ ਵਾਲੀ ਬੀੜ ਵੀ ਆਖਦੇ ਨੇ, ਕਿਉਂਕਿ ਉਹ ਧੀਰ ਮਲੀਆਂ ਕੋਲ ਚਲੀ ਗਈ ਸੀ। ਜਦੋਂ ਕਲਗੀਧਰ ਪਾਤਸ਼ਾਹ ਦਮਦਮਾ ਸਾਹਿਬ ਪਹੁੰਚੇ, ਉਹਨਾਂ ਨੇ ਗੁਰਸਿੱਖਾਂ ਨੂੰ ਆਖਿਆ ਸੀ ਜਾਓ, ਬਹੁਤ ਅਦਬ ਸਤਿਕਾਰ ਦੇ ਨਾਲ ਉਹ ਬੀੜ ਲੈ ਕੇ ਆਓ ਤੇ ਉਹਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਦਰਜ ਕਰਨੀ ਹੈ। ਪਰ ਉਹਨਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨੂੰ ਅੱਜ ਵੀ ਕਰਤਾਰਪੁਰ ਸਾਹਿਬ ਵਾਲੀ ਬੀੜ ਆਖਦੇ ਆ। ਪਰ ਜਿਸ ਬੀੜ ਨੂੰ ਫਿਰ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪਿਤਾ ਗੁਰੂ ਦੀ ਬਾਣੀ ਵਿੱਚ ਦਰਜ ਕਰਕੇ ਸੰਪੂਰਨ ਕੀਤਾ ਤੇ ਗੁਰਿਆਈ ਬਖਸ਼ੀ, 5 ਪੈਸੇ ਤੇ ਨਾਰੀਅਲ ਮੱਥਾ ਟੇਕ ਕੇ ਉਹਨੂੰ ਅੱਜ ਆਪਾਂ ਦਮਦਮੀ ਬੀੜ ਆਖਦੇ ਆ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਹੀ ਤਤਕਰੇ ਵਿੱਚ ਆਪਾਂ ਪੜ੍ਹ ਸਕਦੇ ਹਾਂ, ਲਿਖਿਆ ਹੁੰਦਾ ਹੈ ਕਿ ਇਸ ਬੀੜ ਦਾ ਉਤਾਰਾ ਦਮਦਮੀ ਸਾਹਿਬ ਵਾਲੀ ਬੀੜ ਤੋਂ ਕੀਤਾ ਗਿਆ ਹੈ, ਜੋ ਕਲਗੀਧਰ ਪਾਤਸ਼ਾਹ ਜੀ ਨੇ ਜਿਸ ਬੀੜ ਦੀ ਰਚਨਾ ਭਾਈ ਮਨੀ ਸਿੰਘ ਜੀ ਰਾਮ ਕੋਲੋਂ ਲਿਖਵਾ ਕੇ ਕਰਵਾਈ ਸੀ। ਸੋ ਇਸ ਤਰ੍ਹਾਂ ਗੁਰੂ ਸਾਹਿਬਾਂ ਨੇ ਆਪਣੀ ਨਿਗਰਾਨੀ ਵਿੱਚ, ਆਪਣੀ ਹਿਆਤੀ ਵਿੱਚ ਜਿਹੜੀ ਧੁਰ ਕੀ ਬਾਣੀ ਉਹਨਾਂ ਨੂੰ ਨਾਜ਼ਲ ਹੋਈ, ਪਰਮਾਤਮਾ ਵੱਲੋਂ ਪ੍ਰਾਪਤ ਹੋਈ, ਉਹਨਾਂ ਨੇ ਉਸ ਬਾਣੀ ਨੂੰ ਇੱਕ ਥਾਲ ਰੂਪ ਵਿੱਚ ਪਰੋਸ ਕੇ ਸਾਡੇ ਲਈ ਰੱਖ ਦਿੱਤਾ। ਇਹ ਵੀ ਅਰਜ਼ ਕਰਦੇ ਹਾਂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੇਵਲ ਸਿੱਖਾਂ ਦੇ ਗੁਰੂ ਨਹੀਂ, ਸਮੁੱਚੇ ਇਸ ਸੰਸਾਰ ਦੇ ਗੁਰੂ ਨੇ। ਕਿਉਂਕਿ ਇਹਦੇ ਸਿੱਖਾਂ ਦੀ ਗੱਲ ਨਹੀਂ, ਇੱਥੇ ਮਨੁੱਖਤਾ ਦੀ ਗੱਲ ਹੈ ਵੀ ਅੱਛਾ ਇਨਸਾਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਉਹਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਤੇ ਸਭ ਤੋਂ ਤਾਕਤਵਰ ਕੌਣ ਹੈ? ਪਰਮਾਤਮਾ। ਵੀ ਜੋ ਸਭ ਤੋਂ ਤਾਕਤਵਰ ਹੈ, ਸਾਰੇ ਸੰਸਾਰ ਨੂੰ ਸਿਰਜਣ ਵਾਲਾ ਹੈ, ਸਾਰੇ ਸੰਸਾਰ ਦੀ ਸਿਰਜਣਾ ਕਰਕੇ ਭਾਂਤ ਭਾਂਤ ਦੇ ਜੀਵਾਂ ਨੂੰ ਜੋ ਪਾਲਣ ਵਾਲਾ ਹੈ, ਸਾਨੂੰ ਸਿੱਧਾ ਉਹਦੇ ਨਾਲ ਜੋੜਿਆ ਹੈ, ਪਰਮਾਤਮਾ ਦੇ ਨਾਲ ਜੋੜਿਆ ਹੈ। ਮੰਗਣ ਦਾ ਵੀ ਤਰੀਕਾ ਦੱਸਿਆ ਵੀ ਥਾਂ ਥਾਂ ਤੇ ਝੋਲੀਆਂ ਅੱਡ ਕੇ ਭਾਈ ਐਵੇਂ ਖੱਜਲ ਖਵਾਰ ਨਾ ਹੋ, ਸਿੱਧਾ ਆ ਕੇ ਪਰਮਾਤਮਾ ਕੋਲ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਲ ਆ ਕੇ ਭਾਈ ਮੰਗਿਆ ਕਰ, ਇੱਥੋਂ ਜੋ ਵੀ ਮੰਗੇਗਾ ਭਾਈ ਤੇਰੀ ਝੋਲੀ ਵਿੱਚ ਪਏਗਾ। ਗੁਰੂ ਨਾਨਕ ਦੇ ਘਰ ਤੋਂ ਕੋਈ ਖਾਲੀ ਨਹੀਂ ਗਿਆ ਤੇ ਨਾ ਹੀ ਕੋਈ ਖਾਲੀ ਜਾਂਦਾ ਹੈ। ਜਿਹਨੇ ਵੀ ਇੱਥੇ ਆ ਕੇ ਮੰਗਿਆ, ਬਸ ਮੰਗਣ ਦਾ ਤਰੀਕਾ ਆਉਣਾ ਚਾਹੀਦਾ ਹੈ, ਮੰਗਣ ਦੀ ਜਾਚ ਹੋਣੀ ਚਾਹੀਦੀ ਹੈ, ਮੰਗ ਵੀ ਜਾਇਜ਼ ਹੋਣੀ ਚਾਹੀਦੀ ਹੈ। ਤਾਂ ਜੇ ਕਿਸੇ ਦੂਜੇ ਦਾ, ਵਿਰੋਧੀ ਦਾ ਬੁਰਾ ਮੰਗਾਂਗੇ ਫਿਰ ਤੇਰਾ ਮੰਗ ਪੂਰੀ ਹੋਵੇਗੀ। ਇੱਥੇ ਤਾਂ ਸਰਬੱਤ ਦੇ ਭਲੇ ਦੀ ਮੰਗ ਰੱਖ ਕੇ ਮੰਗ, ਸਰਬੱਤ ਦੇ ਭਲੇ ਵਿੱਚ ਗੁਰੂ ਸਾਹਿਬ ਆਖਦੇ ਨੇ ਭਾਈ ਤੇਰੀਆਂ ਵੀ ਮੰਗਾਂ, ਤੇਰੀਆਂ ਵੀ ਇੱਛਾਵਾਂ ਗੁਰੂ ਨੇ ਪੂਰੀਆਂ ਕਰ ਦੇਣੀਆਂ ਨੇ। ਤੂੰ ਮੰਗ ਕੇ ਵੇਖ, ਮੂੰਹ ਮੰਗਾ ਸੋਈ ਦੇਵਦਾ, ਹਰ ਪਿਤਾ ਸੁਖਦਾਇਕ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਸੋ ਇੱਕ ਵਾਰ ਫੇਰ ਸਮੂਹ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਲੱਖ ਲੱਖ ਵਧਾਈਆਂ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਨਾਮ ਦੀ ਦਾਤ ਬਖਸ਼ ਕੇ ਨਵਾਜਣ, ਆਪਣੇ ਚਰਨਾਂ ਨਾਲ ਜੋੜੀ ਰੱਖਣ।